ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਬਿਰਤਾਂਤ ਅੱਗੇ ਇਵੇਂ ਹੈ। ਇਸ ਤੋਂ ਅੱਗੇ ਵਿਧਿਆਂਚਲ ਦੇ ਦੱਖਣੀ ਜੰਗਲਾਂ ਵਿੱਚ ਰਹਿਣ ਵਾਲੇ ਇੱਕ ਆਦਮਖੋਰ ਭੀਲ ਕੌਡੇ ਪਾਸ ਗਏ। ਕੌਡਾ ਮਰਦਾਨੇ ਨੂੰ ਤੇਲ ਵਿੱਚ ਤਲ ਕੇ ਖਾਣ ਲੱਗਾ ਸੀ, ਪਰ ਸਮੇਂ ਸਿਰ ਪਹੁੰਚ ਕੇ ਗੁਰੂ ਜੀ ਨੇ ਮਰਦਾਨੇ ਦੀ ਰੱਖਿਆ ਕੀਤੀ ਅਤੇ ਕੌਡੇ ਨੂੰ ਧਰਮ ਦੀ ਕਿਰਤ ਕਰਕੇ ਖਾਣਾ, ਜੀਵਾਂ ਉੱਤੇ ਦਇਆ ਕਰਨੀ ਅਤੇ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਰਾਖਸ਼ ਜੀਵਨ ਤੋਂ ਦੇਵਤਾ ਜੀਵਨ ਵਾਲਾ ਬਣਾ ਦਿੱਤਾ। ਕੌਡੇ ਦਾ ਜੀਵਨ ਸੁਧਾਰ ਕੇ ਗੁਰੂ ਜੀ ਨਦੀਆਂ, ਪਹਾੜਾਂ, ਜੰਗਲਾਂ, ਨਗਰਾਂ, ਸ਼ਹਿਰਾਂ ਅਤੇ ਉਜਾੜਾਂ ਵਿੱਚੋਂ ਲੰਘਦੇ ਹੋਏ ਬੇਅੰਤ ਜੀਵਾਂ ਦਾ ਸੁਧਾਰ ਕਰਕੇ ਅਤੇ ਉਧਾਰ ਕਰਦੇ ਹੋਏ ਨਾਗਾਪਟਮ ਤੋਂ ਸਮੁੰਦਰ ਦੇ ਕਿਨਾਰੇ ਰਾਮੇਸ਼ਵਰਮ ਪੁੱਜੇ। ਰਾਵਣ ਨਾਲ ਯੁੱਧ ਕਰਕੇ ਸੀਤਾ ਜੀ ਨੂੰ ਲਿਆਉਣ ਵਾਸਤੇ ਜਦ ਰਾਮਚੰਦਰ ਜੀ ਸਮੁੰਦਰ ਪਾਰ ਕਰਨ ਵਾਸਤੇ ਪੁਲ ਤਿਆਰ ਕਰਨ ਲੱਗੇ ਤਾਂ ਆਪ ਜੀ ਨੇ ਇੱਥੇ ਪਹਿਲਾਂ ਸ਼ਿਵਲਿੰਗ ਸਥਾਪਨ ਕਰਕੇ ਆਪਣੇ ਇਸ਼ਟ ਸ਼ਿਵ ਜੀ ਦੀ ਪੂਜਾ ਕੀਤੀ, ਜਿਸ ਕਰਕੇ ਇਸ ਅਸਥਾਨ ਦਾ ਨਾਮ ਰਾਮੇਸ਼ਵਰ ਪ੍ਰਸਿੱਧ ਹੋਇਆ। ਸੰਗਲਾ ਦੀ ਪਹੁੰਚ ਕੇ ਗੁਰੂ ਜੀ ਨੇ ਰਾਜੇ ਸ਼ਿਵਨਾਭ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ। ਗੁਰੂ ਜੀ ਦੀ ਆਗਿਆ ਅਨੁਸਾਰ ਰਾਜੇ ਨੇ ਸਤਸੰਗ ਕਰਨ ਵਾਸਤੇ ਇੱਕ ਧਰਮਸ਼ਾਲਾ ਬਣਵਾਈ ਅਤੇ ਸਤਸੰਗ ਦੀ ਨੀਂਹ ਰੱਖੀ। ਹਠ ਯੋਗ ਅਨੁਸਾਰ ਪ੍ਰਾਣਾਯਾਮ ਕਰਨ ਵਾਸਤੇ ਗੁਰੂ ਜੀ ਨੇ ਰਾਜੇ ਨੂੰ ਜੋ ਸਾਧਨ ਸਮਝਾਇਆ ਉਹ ਇੱਕ ਪੋਥੀ ਦੇ ਰੂਪ ਵਿੱਚ ਲਿਖਿਆ ਗਿਆ ਹੈ, ਜਿਸ ਦਾ ਨਾਮ ਪ੍ਰਾਣ ਸੰਗਲੀ ਪ੍ਰਸਿੱਧ ਹੋਇਆ। ਗੁਰਮਤਿ ਦੇ ਅਨੁਕੂਲ ਦਾ ਨਾ ਹੋਣ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਸੰਗ੍ਰਹਿ ਕਰਨ ਸਮੇਂ ਇਸ ਨੂੰ ਅੰਗੀਕਾਰ ਨਹੀਂ ਸੀ ਕੀਤਾ। ਮੈਸੂਰ ਰਾਜੇ ਵਿੱਚ ਬੀਜਾਪੁਰ ਦੇ ਇਲਾਕੇ ਵਿੱਚ ਇੱਕ ਸੰਘਣੇ ਜੰਗਲ ਦਾ ਨਾਮ ਕਲਜੀ ਬਣ ਹੈ। ਇਸ ਬਣ ਵਿੱਚ ਜੋਗੀਆਂ ਦਾ ਇੱਕ ਆਸ਼ਰਮ ਸੀ। ਇਸ ਆਸ਼ਰਮ ਵਿੱਚ ਜਦ ਗੁਰੂ ਜੀ ਗਏ ਤਾਂ ਜੋਗੀਆਂ ਦੇ ਮੁਖੀ ਭਰਥਰੀ ਨਾਲ ਆਪ ਜੀ ਦੀ ਚਰਚਾ ਹੋਈ। ਜਦ ਭਰਥਰੀ ਨੇ ਕਿਹਾ ਤੁਸੀਂ ਯੋਗ ਧਾਰਨ ਕਰ ਲਵੋ ਤਾਂ ਆਪ ਜੀ ਨੇ ਕਿਹਾ ਤੁਹਾਡੇ ਹੱਠ ਯੋਗ ਨਾਲ ਸਰੀਰ ਨੂੰ ਕਸ਼ਟ ਹੁੰਦਾ ਹੈ, ਜਿਸ ਕਰਕੇ ਮਨ ਇਸ ਤੋਂ ਭੱਜਦਾ ਹੈ, ਟਿਕਦਾ ਨਹੀਂ, ਅਤੇ ਮਨ ਦੇ ਨਾ ਟਿਕਣ ਕਰਕੇ ਪਰਮ ਤੱਤ ਦੀ ਪ੍ਰਾਪਤੀ ਨਹੀਂ ਹੁੰਦੀ। ਪਰ ਅਸੀਂ ਆਪਣੀ ਲਿਵ ਕਰਤਾਰ ਨਾਲ ਜੋੜੀ ਰੱਖਦੇ ਹਾਂ, ਜਿਸ ਨਾਲ ਸਰੀਰ ਨੂੰ ਕੋਈ ਕਸ਼ਟ ਨਹੀਂ ਹੁੰਦਾ ਅਤੇ ਮਨ ਖਿੜਿਆ ਅਤੇ ਟਿਕਿਆ ਰਹਿੰਦਾ ਹੈ। ਇਹ ਸਾਡਾ ਸਹਿਜ ਯੋਗ ਹੈ। ਇਸ ਨੂੰ ਅਸੀਂ ਸਦਾ ਹੀ ਧਾਰਨ ਰੱਖੀ ਰੱਖਦੇ ਹਾਂ। ਫਿਰ ਭਰਥਰੀ ਨੇ ਕਿਹਾ ਅਸੀਂ ਸੋਮ ਰਸ ਦਾ ਪਿਆਲਾ ਪੀ ਕੇ ਅਖੰਡ ਘਰ ਸਮਾਧੀ ਲਾਉਂਦੇ ਹਾਂ ਅਤੇ ਸਾਨੂੰ ਅਲਖ ਨਿਰੰਜਨ ਦੇ ਦਰਸ਼ਨ ਹੁੰਦੇ ਹਨ। ਗੁਰੂ ਜੀ ਨੇ ਕਿਹਾ ਅਸੀਂ ਨਾਮ ਰਸ ਦਾ ਪਿਆਲਾ ਪੀ ਕੇ ਸਦਾ ਹੀ ਮਤਵਾਲੇ ਰਹਿੰਦੇ ਹਾਂ ਅਤੇ ਸਾਡੀ ਰਾਤ ਦਿਨ ਲੇਵ ਲੱਗਦੀ ਰਹਿੰਦੀ ਹੈ। ਇਸ ਪ੍ਰਥਾਏ ਆਪ ਜੀ ਨੇ ਇਸ ਸ਼ਬਦ ਦੁਆਰਾ ਆਪਣੇ ਮੱਧ ਦੇ ਪਿਆਲੇ ਅਤੇ ਉਸ ਨੂੰ ਪੀ ਕੇ ਮਤਵਾਲੇ ਰਹਿਣ ਦਾ ਵਰਣਨ ਕੀਤਾ। ਆਸਾ ਮਹੱਲਾ ਪਹਿਲਾ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਿਆਵੈ। ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਐ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਚਿਆ। ਅਹਨਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਹਦ ਗਹਿਆ। ਰਹਾਓ ਪੂਰਾ ਸੱਚ ਪਿਆਲਾ ਸਹਜੇ, ਤਿਸ ਹੈ ਪਿਆਈਏ ਜਾ ਕੋ ਨਦਰ ਕਰੈ। ਅੰਮ੍ਰਿਤ ਕਾ ਵਪਾਰੀ ਹੋਵੈ, ਕੀਆ ਮਦ ਛੂਆ ਭਾਉ ਤਰੈ। ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪ੍ਰਵਾਨ ਭਇਆ। ਦਰ ਦਰਸ਼ਨ ਕਾ ਪ੍ਰੀਤਮ ਹੋਵੈ, ਮੁਕਤ ਬੈਕੁੰਠ ਕਰੈ ਕੀਆ। ਸਿਫਤੀ ਰਤਾ ਸਦ ਬੈਰਾਗੀ, ਜੂਐ ਜਨਮ ਨਹਾਰੈ। ਕਹੋ ਨਾਨਕ ਸੁਣ ਪਰਥਰ ਜੋਗੀ, ਖੀਵੈ ਅੰਮ੍ਰਿਤ ਧਾਰੈ। हे ਭਰਥਰੀ, ਗੁਰੂ ਜੀ ਨੇ ਕਿਹਾ
ਪਰਮਾਤਮਾ ਦੀ ਸਿਫਤ ਵਿੱਚ ਲੱਗਾ ਹੋਇਆ ਸਦਾ ਹੀ ਜੋਗੀ ਹੈ। ਉਹ ਆਪਣਾ ਜਨਮ ਨਿਸਫਲ ਨਹੀਂ ਗਵਾਉਂਦਾ। ਐਸਾ ਮਸਤ ਹੋਇਆ ਪੁਰਸ਼ ਆਪਣੇ ਆਤਮਾ ਸਰੂਪ ਦੇ ਦਰਸ਼ਨ ਰੂਪੀ ਅੰਮ੍ਰਿਤ ਨੂੰ ਧਾਰਨ ਕਰਦਾ ਹੈ। ਭਰਥਰੀ ਨੇ ਸੱਚੇ ਮੱਧ ਪਿਆਲੇ ਦਾ ਸਹਿਜ ਸਮਾਧੀ ਅਤੇ ਨਿਤ ਦਰਸ਼ਨ ਦਾ ਨਿਰਣਾ ਸੁਣ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ। ਫਿਰ ਭਰਥਰੀ ਨੇ ਸਾਥੀ ਦੂਸਰੇ ਜੋਗੀਆਂ ਨੇ ਕਿਹਾ ਕਿ ਗ੍ਰਸਥ ਨੂੰ ਤਿਆਗ ਕੇ ਯੋਗ ਸਾਧਨਾ ਦੁਆਰਾ ਹੀ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ। ਗੁਰੂ ਜੀ ਫਰਮਾਉਂਦੇ ਹਨ, ਹੇ ਜੋਗੀ, ਜੋ ਪੁਰਸ਼ ਆਪਣੀ ਨੇਕ ਕਮਾਈ ਕਰਕੇ ਆਪਣੀ ਗੁਜਰਾਨ ਕਰੇ ਅਤੇ ਉਸ ਵਿੱਚੋਂ ਲੋੜਵੰਦਾਂ ਨੂੰ ਵੀ ਯਥਾਸ਼ਕਤ ਦੇਵੇ, ਪ੍ਰੇਮਾ ਭਗਤੀ ਦੁਆਰਾ ਮਨ ਨੂੰ ਪ੍ਰਮਾਤਮਾ ਦੇ ਸਿਮਰਨ ਵਿੱਚ ਜੋੜੇ, ਉਸ ਨੂੰ ਗ੍ਰਸਥ ਵਿੱਚ ਵੀ ਰਹਿ ਕੇ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਪ੍ਰਸ਼ਨ ਉੱਤਰਾਂ ਦੀ ਚਰਚਾ ਕਰਕੇ ਗੁਰੂ ਜੀ ਅੱਗੇ ਨੂੰ ਚੱਲ ਪਏ। ਕਜਲੀਬੰਦ ਤੋਂ ਚੱਲ ਕੇ ਗੁਰੂ ਜੀ ਸਮੁੰਦਰ ਦੇ ਪੱਛਮੀ ਘਾਟ ਦੇ ਨਾਲ ਨਾਲ ਮਾਲਾਬਾਰ, ਗੁਜਰਾਤ, ਬੰਬਈ ਆਦਿਕ ਇਲਾਕਿਆਂ ਵਿੱਚ ਸਤਨਾਮ ਦਾ ਚੱਕਰ ਚਲਾਉਂਦੇ ਹੋਏ ਸਿੰਧ ਵਿੱਚ ਉੱਚ ਦੇ ਪੀਰਾਂ ਪਾਸ ਬਹਾਵਲਪੁਰ ਆਏ। ਪੀਰ ਬਹਾਵਲਦੀਨ ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਵਿੱਚ ਯਕੀਨ ਰੱਖਦਾ ਸੀ। ਗੁਰੂ ਜੀ ਨੇ ਕਿਹਾ, ਪੀਰ ਜੀ, ਇਹਨਾਂ ਕਰਾਮਾਤਾਂ ਨਾਲ ਲੋਕਾਂ ਨੂੰ ਭਰਮਾ ਕੇ ਮਾਇਆ ਇਕੱਠੀ ਕਰਨੀ ਅਤੇ ਆਪਣੀ ਪੂਜਾ ਮਾਨਤਾ ਕਰਾਉਣੀ ਯੋਗ ਨਹੀਂ ਹੈ। ਇਹ ਮਾਇਆ ਮੁਰਦਾ ਹੈ। ਮੁਰਦਾ ਖਾਣਾ ਨੀਚਾਂ ਦਾ ਕੰਮ ਹੈ। ਤੁਸੀਂ ਰੱਬ ਦੀ ਬੰਦਗੀ ਕਰਨ ਵਾਲੇ ਹੰਸ ਹੋ। ਪਰਮਾਤਮਾ ਦੇ ਨਾਮ ਮੋਤੀ ਨੂੰ ਖਾ ਕੇ ਤ੍ਰਿਪਤ ਰਹਿਣਾ ਚਾਹੀਦਾ ਹੈ। ਐਸੇ ਸਤ ਬਚਨ ਸੁਣ ਕੇ ਪੀਰ ਅਤੇ ਉਸਦੇ ਚੇਲੇ ਗੁਰੂ ਜੀ ਦੇ ਸ਼ਰਧਾਲੂ ਹੋ ਗਏ। ਇੱਥੋਂ ਚੱਲ ਕੇ ਗੁਰੂ ਜੀ ਬੀਬੀ ਨਾਨਕੀ ਜੀ ਨੂੰ ਸੁਲਤਾਨਪੁਰ ਮਿਲ ਕੇ ਕਰਤਾਰਪੁਰ ਆਪਣੇ ਪਰਿਵਾਰ ਪਾਸ ਪਹੁੰਚ ਗਏ। ਦੱਖਣ ਦਿਸ਼ਾ ਤੋਂ ਵਾਪਸ ਆਣ ਕੇ ਗੁਰੂ ਜੀ ਕੁਝ ਮਹੀਨੇ ਕਰਤਾਰਪੁਰ ਹੀ ਰਹੇ। 2 ਵੇਲੇ ਸਿੱਖ ਸੰਗਤ ਇਕੱਠੀ ਹੁੰਦੀ ਅਤੇ ਗੁਰੂ ਜੀ ਦੇ ਦਰਸ਼ਨ ਉਪਦੇਸ਼ ਦੁਆਰਾ ਖੁਸ਼ੀਆਂ ਪ੍ਰਾਪਤ ਕਰਕੇ ਨਿਹਾਲ ਹੁੰਦੀ। ਉਸ ਤੋਂ ਉਪਰੰਤ ਆਪ ਜੀ ਨੇ ਫਿਰ ਉੱਤਰ ਦਿਸ਼ਾ ਦੇ ਪਹਾੜੀ ਲੋਕਾਂ ਨੂੰ ਸਤਨਾਮ ਦਾ ਉਪਦੇਸ਼ ਦੇਣ ਵਾਸਤੇ ਯਾਤਰਾ ਆਰੰਭ ਕਰ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਕਰ ਸੰਗਤ ਜੀ ਕਥਾ ਸੁਣਾਉਣ ਸਮੇਂ ਕੋਈ ਭੁੱਲਣਾ ਹੋਈ ਹੋਵੇ ਤਾਂ ਦਾਸ ਨੂੰ ਮਾफ़ ਕਰਨਾ, ਅਤੇ ਜੇਕਰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰਨਾ, ਅਤੇ ਚੈਨਲ 'ਤੇ ਜੇਕਰ ਤੁਸੀਂ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਸਾਰੀਆਂ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।